जी बाबा जी किस तरह तैयारी की ने उन्होंने बरात जी बाबा जी की जानी है। वाहिगुरू जी का खालसा वाहिगुरू जी की फतेह। दास मलकीत सिंह मुख ग्रंथी गुरुद्वारा श्री बेर साहिब। ਇਹ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਨਿਵਾਜੀ ਹੋਈ ਧਰਤੀ ਹੈ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਪੁਰਬ ਜੋ 3 ਤਰੀਕ ਨੂੰ ਆ ਰਿਹਾ ਹੈ, 3 ਸਤੰਬਰ ਨੂੰ, ਉਸ ਦੇ ਸੰਬੰਧ ਵਿੱਚ ਇਸ ਗੁਰੂ ਘਰ ਵਿਖੇ ਇਤਿਹਾਸਕ ਸਥਾਨ ਤੇ ਤਿਆਰੀਆਂ ਬੜੇ ਜ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਆਪ ਦੇਖ ਰਹੇ ਹੋ ਅੰਦਰ ਸਜਾਵਟ ਹੋ ਰਹੀ ਹੈ ਫੁੱਲਾਂ ਦੀ। ਅਤੇ 2 ਤਰੀਕ ਨੂੰ ਠੀਕ 7 ਵਜੇ ਇਸ ਪਾਵਨ ਸਥਾਨ ਤੋਂ ਬਰਾਤ ਰੂਪ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਪਾਵਨ ਛਤਰ ਛਾਇਆ ਹੇਠ 5 ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਅਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਆਨ ਸ਼ਾਨ ਦੇ ਨਾਲ ਪ੍ਰਾਰੰਭ ਹੋਣਗੇ ਅਤੇ ਇੱਥੋਂ ਠੀਕ 7 ਵਜੇ ਰਵਾਨਗੀ ਹੋਵੇਗੀ। ਅਤੇ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਤ ਕਰਤਾਰੀਆ ਸਾਹਿਬ ਵਿਖੇ ਅਚਲ ਬਟਾਲੇ ਵਿਖੇ ਇਸ ਨਗਰ ਕੀਰਤਨ ਦੀ ਸ਼ਾਮ ਨੂੰ ਸਮਾਪਤੀ ਹੋਵੇਗੀ, ਜਿਸ ਵਿੱਚ ਪੰਥ ਦੀਆਂ ਮਾਇਆਨਾਜ ਹਸਤੀਆਂ ਸ਼ਾਮਲ ਹੋ ਰਹੀਆਂ ਹਨ। ਸੋ ਸਰਬੱਤ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਅਤੇ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਕਿ ਇਸ ਬਰਾਤ ਦੇ ਵਿੱਚ 2 ਸਤੰਬਰ ਨੂੰ ਜ਼ਰੂਰ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਆਪੋ ਆਪਣੇ ਸਾਧਨ ਲੈ ਕੇ, ਵਹੀਕਲ ਲੈ ਕਰਕੇ ਅਤੇ ਸੰਗਤਾਂ ਨੇ ਪੂਰੇ ਚਾਅ ਤੇ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੀ ਰੌਣਕ ਵਧਾਉਣ ਦੀ ਕਿਰਪਾਲਤਾ ਕਰਨੀ। ਜਿਹੜੇ ਗੁਰਦੁਆਰਾ ਸਾਹਿਬ ਸਜਾਵਟ ਕੀਤੀ ਜਾ ਰਹੀ ਹੈ, ਵਿਦੇਸ਼ੀ ਫੁੱਲ ਵੀ ਸ਼ਾਮਲ ਹਨ ਇਹਦੇ ਵਿੱਚ। ਹਾਂਜੀ, ਵਿਦੇਸ਼ੀ ਫੁੱਲ ਵੀ ਆਪਣਾ ਸ਼ਾਮਲ ਕੀਤੇ ਜਾਂਦੇ ਨੇ। ਵੈਸੇ ਇਹ ਆਰਟੀਕਲ ਫੁੱਲਾਂ ਦੀ ਸਜਾਵਟ ਹਰ ਸਾਲ ਕੀਤੀ ਜਾਂਦੀ ਹੈ ਤੇ ਬੜੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਸਾਰੀਆਂ ਸੰਗਤਾਂ, ਇਹ ਕੇਵਲ ਇਲਾਕੇ ਦੀਆਂ ਸੰਗਤਾਂ ਹੀ ਨਹੀਂ, ਵਿਦੇਸ਼ ਦੇ ਵਿੱਚੋਂ ਵੀ ਸੰਗਤਾਂ ਆ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਪੁਰਬ ਬੜੇ ਹੀ ਚਾਅ ਉਤਸ਼ਾਹ ਤੇ ਖੁਸ਼ੀਆਂ ਦੇ ਨਾਲ ਮਨਾਉਂਦੇ ਹਨ। ਇਸ ਤੋਂ ਇਲਾਵਾ ਸੀਪੀਸੀ ਵੱਲੋਂ ਕਿਸ ਤਰ੍ਹਾਂ ਪ੍ਰਬੰਧ ਕੀਤੇ ਜਾ, ਲੰਗਰਾਂ ਦੇ ਵੀ ਕੋਈ ਪ੍ਰਬੰਧ ਕੀਤੇ ਜਾ ਰਹੇ? ਹਾਂਜੀ, ਲੰਗਰਾਂ ਦੇ ਖਾਸ ਤੌਰ ਤੇ ਪ੍ਰਬੰਧ ਕੀਤੇ ਜਾਂਦੇ ਨੇ। ਜਦੋਂ ਇੱਥੋਂ ਬਰਾਤ ਦੀ ਰਵਾਨਗੀ ਹੁੰਦੀ ਹੈ ਤੇ ਇਸ ਸ਼ਹਿਰ ਦੇ ਵਿੱਚ ਹੀ ਤਕਰੀਬਨ ਸਾਰੀਆਂ ਹੀ ਸਭਾ ਸੁਸਾਇਟੀਆਂ ਜਿਹੜੀਆਂ ਹਨ ਉਹ ਲੰਗਰਾਂ ਦੀ ਤਿਆਰੀ ਕਰਦੀਆਂ ਹਨ ਤੇ ਰਸਤੇ ਦੇ ਵਿੱਚ ਵੀ ਥਾਂ ਪਰ ਥਾਂ ਤੇ ਇਹ ਲੰਗਰ ਤਿਆਰ ਕੀਤੇ ਜਾਂਦੇ ਹਨ ਸੰਗਤਾਂ ਵੱਲੋਂ। ਸੋ ਕਈ ਤਰ੍ਹਾਂ ਦੀ ਮਠਿਆਈ, ਪਕਵਾਨ ਅਤੇ ਕਈ ਤਰ੍ਹਾਂ ਦੇ ਨਾਨਾ ਪ੍ਰਕਾਰ ਦੇ ਲੰਗਰਾਂ ਦੀ ਤਿਆਰੀ ਸੰਗਤ ਵੱਲੋਂ ਕੀਤੀ ਜਾਂਦੀ ਹੈ, ਸੰਗਤ ਦੀ ਸੇਵਾ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਰਾਤ ਦੇ ਸੰਬੰਧ ਵਿੱਚ, ਜੋ ਕਿ ਵਿਆਹ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ 2 ਸਤੰਬਰ 2022 ਨੂੰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਬਟਾਲਾ ਦੀ ਧਰਤੀ ਵਿਖੇ ਜਾ ਰਿਹਾ ਹੈ। ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸਰਦਾਰ ਸਰਬਦਿਆਲ ਸਿੰਘ ਜੀ ਦੀ ਅਗਵਾਈ ਹੇਠ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਦੀਆਂ ਅਤੇ ਹੋਰ ਲਾਈਟਿੰਗ ਦੀਆਂ ਸਜਾਵਟਾਂ ਜੰਗੀ ਪੱਧਰ ਤੇ ਜਾਰੀ ਹਨ। ਇਸ ਨੂੰ ਦੇਖ ਕੇ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਇਸ ਸਮੇਂ ਲੰਗਰਾਂ ਵਿੱਚ ਵੀ ਬਹੁਤ ਹੀ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸੰਗਤਾਂ ਦੇ ਵਾਸਤੇ ਚੱਲ ਰਹੇ ਹਨ। ਇਸ ਸੰਬੰਧੀ ਸੰਗਤਾਂ ਵਿੱਚ ਬਹੁਤ ਉਤਸ਼ਾਹ ਦੇ ਹੋਰ ਭਾਵਨਾਵਾਂ ਦੇਖੀਆਂ ਜਾ ਰਹੀਆਂ ਹਨ। ਇਸ ਸਥਾਨ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਸਥਾਨ ਵਿਖੇ ਅਲੱਗ-ਅਲੱਗ ਪ੍ਰਕਾਰ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਜਿਸ ਵਿੱਚ ਮੁੱਖ ਤੌਰ ਤੇ ਫੁੱਲਾਂ ਦੀ ਸੇਵਾ ਅਤੇ ਲਾਈਟਿੰਗ ਦੀ ਸੇਵਾ ਜੋ ਕਿ ਵੱਖ-ਵੱਖ ਸੰਗਤਾਂ ਵੱਲੋਂ ਨਿਭਾਈ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਸਥਾਨ ਤੇ ਵਿਦੇਸ਼ੀ ਫੁੱਲਾਂ ਦੇ ਨਾਲ ਵੀ ਗੁਰੂ ਸਾਹਿਬ ਜੀ ਦੇ ਪਾਲਕੀ ਸਾਹਿਬ ਅਤੇ ਹੋਰ ਪਵਿੱਤਰ ਬੇਰੀ ਸਾਹਿਬ ਵਿਖੇ ਸਾਰੀਆਂ ਸਥਾਨਾਂ ਵਿਖੇ ਸਜਾਵਟ ਕੀਤੀ ਜਾ ਰਹੀ ਹੈ। ਇਸ ਨਾਲ ਸੰਗਤਾਂ ਵਿੱਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕਿਤਨਾ ਕੀ ਰੂਪ ਰੇਖਾ ਹੋਊਗੀ ਇਸ ਨਗਰ ਕੀਰਤਨ ਜੋ 2 ਸਤੰਬਰ 2022 ਨੂੰ ਸਵੇਰ 7 ਵਜੇ ਠੀਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਚੱਲ ਰਿਹਾ ਹੈ। ਇਸ ਦਾ ਹੀ ਇਸ ਗੁਰਦੁਆਰਾ ਸਾਹਿਬ ਤੋਂ ਤਲਵੰਡੀ ਪੁਲ, ਇਸੇ ਤਰ੍ਹਾਂ ਤਲਵੰਡੀ ਚੌਧਰੀਆਂ ਅਤੇ ਵੱਖ-ਵੱਖ ਨਗਰਾਂ ਦਾ ਨਹੀਂ ਹੁੰਦਾ ਹੋਇਆ ਜਾ ਰਿਹਾ ਹੈ। ਇਸ ਸਥਾਨ ਤੇ ਜੋ ਸਿੰਘ ਸਭਾ ਸੁਸਾਇਟੀਆਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸ ਸੰਬੰਧੀ ਸੈਂਕੜੇ ਹੀ ਲੰਗਰ ਸੰਗਤਾਂ ਦੀ ਸਹੂਲਤ ਵਾਸਤੇ ਲਾਏ ਜਾ ਰਹੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਗਰਮੀ ਦੇ ਮੌਸਮ ਕਾਰਨ ਵੱਖ-ਵੱਖ ਪ੍ਰਕਾਰ ਦੇ ਟੈਂਟਾਂ ਦੀ ਸਹੂਲਤ ਵੀ ਦਿੱਤੀ ਜਾਵੇਗੀ ਤਾਂ ਜੋ ਗਰਮੀ ਤੋਂ ਵੀ ਰਾਹਤ ਮਿਲ ਸਕੇ। ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਸੰਗਤ ਨੂੰ ਦਿੱਤੀਆਂ ਜਾਣਗੀਆਂ, ਜੋ ਕਿ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਨੇਜਰ ਸਾਹਿਬ ਵੱਲੋਂ ਬਹੁਤ ਹੀ ਜੰਗੀ ਪੱਧਰ ਤੇ ਜਾਰੀ ਹਨ। ਇਸ ਕਾਰਨ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਆਪ ਜੀ ਆਓ ਅਤੇ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਮੌਕੇ ਵੱਧ ਤੋਂ ਵੱਧ ਸੰਗਤਾਂ ਹਾਜ਼ਰ ਹੋ ਕੇ ਰੌਣਕ ਵਧਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਸੀਪੀਸੀ ਵੱਲੋਂ
ਬਾਬਾ ਜੀ ਜਿਹੜੇ ਬਰਾਤ ਜਾਣੀ ਹੈ ਕੀ ਪ੍ਰਬੰਧ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋ ਵਿਆਹ ਪੁਰਬ ਦੇ ਪ੍ਰਬੰਧ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਬਹੁਤ ਹੀ ਵਧੀਆ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸੰਗਤਾਂ ਦੇ ਵਾਸਤੇ ਜੋ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬਾਨ ਨੇ, ਉਹਨਾਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਰੂਟ ਥਾਣੀ ਨਗਰ ਕੀਰਤਨ ਬਟਾਲੇ ਸ਼ਹਿਰ ਵਿੱਚ ਪਹੁੰਚਣਾ ਹੈ, ਉਹਨਾਂ ਨੇ ਵੱਖ-ਵੱਖ ਪਿੰਡਾਂ ਦੇ ਰੂਟ ਬਣਾਏ ਨੇ। ਉੱਥੇ ਹਰੇਕ ਪਿੰਡਾਂ ਦੇ ਸੰਗਤਾਂ ਦੇ ਨਾਲ ਉਹਨਾਂ ਨੇ ਰਾਬਤੇ ਕੀਤੇ ਨੇ। ਸੰਗਤਾਂ ਵੱਲੋਂ ਬਹੁਤ ਵਧੀਆ ਤੇ ਭਾਰੀ ਸਹਿਯੋਗ ਮਿਲ ਰਿਹਾ ਵਾ। ਇਹ ਜਿਹੜਾ ਨਗਰ ਕੀਰਤਨ ਹੈ ਇੱਕ ਇਤਿਹਾਸਕ ਨਗਰ ਕੀਰਤਨ ਹੈ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੋਂ ਬਟਾਲੇ ਜਿਹੜਾ ਹੈ ਕਿ ਵਿਆਹੁਣ ਗਏ ਸੀ। ਇਹ ਉਦੋਂ ਤੋਂ ਬਾਅਦ ਕੁਝ ਸਮੇਂ ਬਾਅਦ ਆਪਾਂ ਹੁਣ ਨਗਰ ਕੀਰਤਨ ਤਕਰੀਬਨ 25-26 ਸਾਲ ਹੋ ਗਏ ਨੇ ਇਹ ਚੱਲ ਰਿਹਾ, ਅਤੇ ਜਿਹਦੇ ਵਿੱਚ ਇਹ ਇੱਕ ਵਿਆਹ ਪੁਰਬ ਦੇ ਨਾਲ ਕਹਿ ਲਈਏ ਇੱਕ ਬਰਾਤ ਰੂਪੀ ਦਾ ਦਰਜਾ ਵੀ ਸੰਗਤਾਂ ਦੇ ਦਿੰਦੀਆਂ ਨੇ, ਪਰੰਤੂ ਵੀ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਬਰਾਤ ਰੂਪੀ ਇੱਥੋਂ ਜਾਂਦੀ ਹੈ। ਸੰਗਤ ਜਾਂਦੀ ਵੀ ਉਵੇਂ ਆ। ਰਸਤਾ ਦੇ ਵਿੱਚ ਸੰਗਤਾਂ ਨੇ ਜੋ ਰਸਤਾ ਲੰਗਰ ਪਾਣੀ ਆ ਉਹ ਥਾਂ ਥਾਂ 'ਤੇ ਬਹੁਤ ਹੀ ਵਧੀਆ ਜਿਹੜੇ ਆ ਉਹ ਸ਼ਰਧਾ ਦੇ ਨਾਲ ਲਗਾਏ ਹੁੰਦੇ ਨੇ, ਅਤੇ ਸੰਗਤਾਂ ਜੋ ਪੰਜ ਪਿਆਰੇ ਸਾਹਿਬਾਨਾਂ ਦਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਹੀ ਅਦਬ ਅਤੇ ਸਤਿਕਾਰ ਕੀਤਾ ਜਾਂਦਾ ਹੈ ਜੀ। ਗੁਰਦੁਆਰਾ ਸਾਹਿਬ ਸਜਾਵਟ ਨੂੰ ਲੈ ਕੇ ਵੀ ਕੋਈ ਪ੍ਰਬੰਧ ਕੀਤੇ ਗਏ? ਦੇਖੋ ਜੀ, ਇਹ ਤਾਂ ਸਾਡੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਨੇ, ਅਤੇ ਇਹ ਸਾਡਾ ਵੈਸੇ ਫਰਜ਼ ਬਣਦਾ ਵਾ ਵੀ ਗੁਰਦੁਆਰਾ ਸਾਹਿਬ ਵਿਖੇ ਡੈਕੋਰੇਸ਼ਨ ਵਧੀਆ ਕੀਤੀ ਜਾਵੇ, ਕਿਉਂਕਿ ਇੱਕ ਤਾਂ ਆਮ ਘਰਾਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦੇ ਆ ਤਾਂ ਆਪਾਂ ਉੱਥੇ ਸਜਾਵਟਾਂ ਬੰਦਾ ਕਰ ਲੈਂਦਾ। ਇਹ ਤਾਂ ਗੁਰੂ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਵਾ ਐਡਾ ਤਗੜਾ ਇਹ ਤਿਉਹਾਰ ਵਾ। ਇਹ 2 ਦਿਨ ਤਿਉਹਾਰ 3 ਦਿਨ ਤਕਰੀਬਨ ਚੱਲਦਾ ਜੀ। 2 ਦਿਨ ਉਸ ਤੋਂ ਬਾਅਦ ਇੱਥੋਂ 2 ਤਰੀਕ ਨੂੰ ਨਗਰ ਕੀਰਤਨ ਸਵੇਰੇ ਆਰੰਭ ਹੋਣਾ ਜੀ, ਅਤੇ ਤਕਰੀਬਨ ਇਹ ਸ਼ਾਮ ਨੂੰ ਕਹਿ ਲਈਏ ਤਾਂ ਅਗਲੇ ਦਿਨ ਦਿਨੇ ਪਹੁੰਚਦਾ ਜੀ ਸੱਤ ਕਰਤਾਰੀਆਂ ਗੁਰਦੁਆਰੇ। ਜਦੋਂ ਇੱਥੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਗਾਂਹ ਨੂੰ ਨਗਰ ਕੀਰਤਨ ਤੁਰਦਾ, ਫਿਰ ਤਾਂ ਪੈਦਲ ਹੀ ਜਾਣਾ ਪੈਂਦਾ ਜੀ। ਤਕਰੀਬਨ ਹਰ ਸਾਲ 1:30 ਤੋਂ 2 ਵਜੇ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਇਹਦੀ ਸਮਾਪਤੀ ਹੁੰਦੀ ਆ। ਉਸ ਤੋਂ ਅਗਲੇ ਦਿਨ ਬਟਾਲਾ ਸ਼ਹਿਰ ਦੇ ਵਿੱਚ ਨਗਰ ਕੀਰਤਨ ਜਿਹੜਾ ਵਾ ਡੇਰਾ ਸਾਹਿਬ ਸੱਤ ਕਰਤਾਰੀਆਂ ਤੋਂ ਮਾਤਾ ਸੁਲੱਖਣੀ ਜੀ ਦੇ ਘਰ ਤੋਂ ਜਿਹੜਾ ਵਾ ਨਗਰ ਕੀਰਤਨ ਆਰੰਭ ਹੁੰਦਾ ਵਾ, ਜੋ ਬਟਾਲੇ ਸ਼ਹਿਰ ਦੀਆਂ ਸਾਰੇ ਦੀਆਂ ਪਰਿਕਰਮਾ ਕਰਦਾ ਆ, ਅਤੇ ਡੇਰਾ ਸਾਹਿਬ ਸੱਤ ਕਰਤਾਰੀਆਂ ਹੀ ਜਿਹੜਾ ਵਾ ਸਮਾਪਤ ਹੁੰਦਾ ਜੀ। ਹਾਂਜੀ, ਇਹ ਵਾਸਤੇ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਬਹੁਤ ਹੀ ਉਤਸ਼ਾਹ ਅਤੇ ਭਾਵਨਾ ਦੇ ਨਾਲ ਇੱਥੇ ਆਉਂਦੀਆਂ ਨੇ, ਨਮਸਤਕ ਹੁੰਦੀਆਂ ਨੇ, ਔਰ ਦੂਰ ਦਰਾਡੇ ਤੋਂ ਦੇ ਸਭ ਦੇਸ਼ਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ। ਅਤੇ ਮੈਂ ਇਹ ਬਾਈਟ ਰਾਹੀਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਭਾਈ ਜਿੱਥੋਂ ਤੱਕ ਇਹ ਆਵਾਜ਼ ਪਹੁੰਚਦੀ ਆ, ਜਿੱਥੋਂ ਤੱਕ ਸੰਗਤਾਂ ਨੂੰ ਪਤਾ ਲੱਗੇ, ਇਸ ਇਤਿਹਾਸਕ ਨਗਰ ਕੀਰਤਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ। ਐਸੇ ਦੀਨ ਦਿਆਲ ਸਤਿਗੁਰੂ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਇਸ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਹਰ ਸਾਲ ਬਰਾਤ ਦੇ ਰੂਪ ਦੇ ਵਿੱਚ ਜੋ ਪੁਰਾਤਨ ਮਰਿਆਦਾ ਚੱਲਦੀ ਪਈ ਹੈ, ਉਸ ਦੇ ਤਹਿਤ ਬੜਾ ਸੁੰਦਰ ਨਗਰ ਕੀਰਤਨ ਸਜਾਇਆ ਜਾਂਦਾ ਹੈ। ਔਰ ਇਸ ਸਥਾਨ ਤੋਂ ਪ੍ਰਾਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਬਟਾਲਾ ਨਗਰ ਗੁਰਦੁਆਰਾ ਸੱਤ ਕਰਤਾਰੀਆ ਸਾਹਿਬ ਵਿਖੇ ਜਾ ਕੇ ਸਮਾਪਤੀ ਹੁੰਦੀ ਹੈ। ਇਸ ਦੇ ਤਹਿਤ ਸਾਡੇ ਅਤੀ ਸਤਿਕਾਰਯੋਗ ਮੈਨੇਜਰ ਸਰਦਾਰ ਸਰਬਦਿਆਲ ਸਿੰਘ ਸਾਰੇ ਸਟਾਫ ਨੇ ਮਿਲ ਕਰਕੇ, ਸਾਰੀਆਂ ਸੰਗਤਾਂ ਨੇ ਮਿਲ ਕਰਕੇ ਬੜੇ ਵਿਸ਼ੇਸ਼ ਜਿਹੜੇ ਪ੍ਰਬੰਧ ਕੀਤੇ ਹੋਏ ਨੇ। ਔਰ ਇਸ ਦੇ ਵਿੱਚ ਦਰਬਾਰ ਸਾਹਿਬ ਦੀ ਬਹੁਤ ਸੁੰਦਰ ਸਜਾਵਟ ਕੀਤੀ ਗਈ ਹੈ, ਜੋ ਕਿ ਦੇਖਣ ਯੋਗ ਹੈ। ਸੰਗਤਾਂ ਆ ਰਹੀਆਂ, ਦਰਸ਼ਨ ਕਰ ਰਹੀਆਂ ਨੇ। ਔਰ ਇਸ ਵਿਆਹ ਪੁਰਬ ਦਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਕਿ ਅੱਜ ਤੋਂ ਹੀ ਕੁਝ ਦਿਨ ਪਹਿਲਾਂ ਤੋਂ ਹੀ ਇਹ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ, ਔਰ ਅੱਜ ਤੋਂ ਹੀ ਸੰਗਤਾਂ ਦਾ ਆਗਮਨ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੈ। ਫੁੱਲਾਂ ਦੀ ਸੇਵਾ ਹੋ ਰਹੀ ਹੈ, ਹੋਰ ਵੀ ਜਿਹੜੀਆਂ ਤਿਆਰੀਆਂ ਨੇ ਉਹ ਹੋ ਰਹੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਇਹ ਨਗਰ ਕੀਰਤਨ ਨੇ, ਇਸ ਪਾਵਨ ਸਥਾਨ ਤੋਂ 2 ਤਰੀਕ ਨੂੰ ਅੰਮ੍ਰਿਤ ਵੇਲੇ 7 ਵਜੇ ਜਿਹੜੇ ਪ੍ਰਾਰੰਭ ਹੋਣਗੇ, ਜਿਸ ਵਿੱਚ ਸਾਰੀਆਂ ਸੰਗਤਾਂ ਨੇ ਬੜੀ ਭਾਰੀ ਮਾਤਰਾ ਵਿੱਚ ਜਿਹੜਾ ਉਤਸ਼ਾਹ ਹੈ। ਔਰ ਇਹ ਨਗਰ ਕੀਰਤਨ ਇੱਥੋਂ ਪ੍ਰਾਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਬਟਾਲੇ ਨਗਰ ਲਗਭਗ 3 ਤਰੀਕ ਦੀ ਅੰਮ੍ਰਿਤ ਵੇਲੇ 2 ਕੁ ਵਜੇ ਉੱਥੇ ਪਹੁੰਚ ਜਾਂਦਾ ਹੈ।
ਸੋ ਕਿਉਂਕਿ ਸੰਗਤਾਂ ਦੀ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਜਿਹੜਾ ਵਿਆਹ ਪੁਰਬ ਹੈ, ਇੱਕ ਅਚਰਜ ਜਿਹੜਾ ਸਤਿਗੁਰਾਂ ਦਾ ਇੱਕ ਕੌਤਕ ਹੈ। ਇਸ ਨਗਰ ਤੋਂ ਚੱਲ ਕੇ ਬਟਾਲੇ ਨਗਰ ਪਹੁੰਚਣਾ ਹੈ। ਸਾਰੇ ਸਟਾਫ ਵੱਲੋਂ, ਸਾਰੀ ਮੈਨੇਜਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਮੈਨੇਜਰ ਸਾਹਿਬ ਵੱਲੋਂ ਇਹ ਆਪ ਸੰਗਤਾਂ ਦੇ ਤਾਈਂ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ, ਸਤਿਗੁਰਾਂ ਦੇ ਵਿਆਹ ਪੁਰਬ ਵਿੱਚ ਸ਼ਾਮਲ ਹੋ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।